गौरव जी इस तरह है जो ये सब कुछ चल रहा ना ਤੁਸੀਂ ਪਹਿਲਾ ਸਵਾਲ ਪੁੱਛਿਆ ਸੀ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਬਾਰੇ ਚ ਤੇ ਇਹ ਜੋ ਅੱਜ ਕੱਲ ਆਪਾਂ ਦੇਖ ਰਹੇ ਆ ਇਦਾਂ ਤਾਂ ਪਹਿਲਾਂ ਅਸੀਂ ਕਦੇ ਵੀ ਨਹੀਂ ਦੇਖਿਆ। ਇਹ ਜੋ ਸਰਕਾਰ ਅੱਜ ਪੰਜਾਬ ਨੂੰ ਰੂਲ ਕਰ ਰਹੀ ਹੈ ਇਹਦੇ ਇੱਕ ਤਾਂ ਗੈਰ ਤਜਰਬੇਕਾਰ ਤਾਂ ਹੈ ਹੀ ਹੈ, ਸਾਨੂੰ ਪਹਿਲਾਂ ਹੀ ਪਤਾ ਸੀ, ਲੇਕਿਨ ਗੈਰ ਸੰਜੀਦਾ ਵੀ ਹੈ। ਇਹ ਹੁਣ ਸਾਨੂੰ ਪਤਾ ਚੱਲਦਾ ਜਾ ਰਿਹਾ ਹੈ ਕਿਉਂਕਿ ਕਿਸ ਤਰੀਕੇ ਨਾਲ ਆਪਣੀਆਂ ਤੇ ਆਪਣੇ ਸਿਆਸੀ ਆਕਾ ਅਰਵਿੰਦ ਕੇਜਰੀਵਾਲ ਦੀਆਂ ਸਿਆਸੀ ਮਹੱਤਵਾਕਾਂਖਸ਼ਾਂ ਦੀ ਪੂਰਤੀ ਲਈ ਕਿਸ ਤਰੀਕੇ ਨਾਲ ਪੰਜਾਬ ਦੇ ਹਿੱਤਾਂ ਦੀ ਬਲੀ ਦਿੱਤੀ ਜਾ ਰਹੀ ਹੈ। ਇਹ ਬਿਲਕੁਲ ਆਪਾਂ ਜਾਣਦੇ ਹਾਂ ਕਿ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਪੰਜਾਬ ਨੂੰ ਬੈਕਫੁੱਟ ਤੇ ਕੀਤਾ ਜਾ ਰਿਹਾ, ਚਾਹੇ BBMB ਦਾ ਮੁੱਦਾ ਹੋਵੇ ਜਾਂ ਯੂਨੀਵਰਸਿਟੀ ਦਾ ਮੁੱਦਾ ਹੋਵੇ ਜਾਂ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਜਿਹੜੇ ਰਾਈਟਸ ਨੇ ਜਿਹੜੇ SSP ਦੀ ਨਿਯੁਕਤੀ ਦੇ ਨਾਲ ਵੀ ਪੰਜਾਬ ਬੈਕਫੁੱਟ ਤੇ ਗਿਆ ਕਿ ਨਹੀਂ? ਹਰਪ੍ਰੀਤ ਜੀ, ਤੁਹਾਨੂੰ ਲੱਗਦਾ ਬੈਕਫੁੱਟ ਤੇ ਗਿਆ? ਬਿਲਕੁਲ ਗਿਆ। ਨਹੀਂ ਫਿਰ ਤੁਹਾਨੂੰ ਲੱਗਦਾ ਕਿ ਪਹਿਲਾਂ ਪੈਨਲ ਮੰਗਣਾ ਚਾਹੀਦਾ ਸੀਗਾ ਕਿ ਪੰਜਾਬ ਸਰਕਾਰ ਜਿਹੜੇ CM ਉਹਨਾਂ ਦੇ ਨੌਲੇਜ ਦੇ ਵਿੱਚ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ? ਬਿਲਕੁਲ ਹੋਣੀਆਂ ਚਾਹੀਦੀਆਂ ਸੀ ਔਰ ਮੈਂ ਬਿਲਕੁਲ ਇਸ ਗੱਲ ਤੇ ਇਤਬਾਰ ਨਹੀਂ ਕਰ ਸਕਦਾ ਕਿ CM ਸਾਹਿਬ ਤੱਕ ਇਹ ਗੱਲ ਨਹੀਂ ਪਹੁੰਚੀ ਹੋਏਗੀ ਤੇ ਜੇ ਨਹੀਂ ਪਹੁੰਚੀ ਤਾਂ CM ਸਾਹਿਬ ਨੂੰ ਸਪਸ਼ਟ ਕਰਨਾ ਚਾਹੀਦਾ ਔਰ ਜਿਹੜੇ ਕੋਈ ਜ਼ਿੰਮੇਵਾਰ ਨੇ ਇਸ ਦੇ ਲਈ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਇੱਕ ਗੱਲ ਪੱਕੀ ਹੈ, ਦੇਖੋ ਜਿਹੜੀ ਗੋਲਡੀ ਬਰਾੜ ਨੂੰ ਡਿਟੇਨ ਕਰਨ ਦੀ ਝੂਠੀ ਖਬਰ CM ਸਾਹਿਬ ਨੇ ਉੱਥੇ ਜਾ ਕੇ ਮੀਡੀਆ ਦੇ ਸਾਹਮਣੇ ਨਸ਼ਰ ਕੀਤੀ ਗੁਜਰਾਤ ਚੋਣਾਂ ਦੇ ਵਿੱਚ ਫਾਇਦਾ ਲੈਣ ਲਈ, ਉਹ ਤਾਂ ਉਹਨਾਂ ਤੱਕ ਖਬਰ ਪਹੁੰਚ ਗਈ। ਤੇ ਜਿਹੜਾ ਏਡਾ ਅਹਿਮ ਮੁੱਦਾ ਜਿਹਦੇ ਉੱਤੇ ਪੰਜਾਬ ਦਾ ਇੱਕ ਮੈਂ ਸਮਝਦਾ ਇੱਜ਼ਤ ਦਾ ਸਵਾਲ ਹੈ ਔਰ ਬੜਾ ਇੰਪੋਰਟੈਂਟ ਮਹੱਤਵਪੂਰਨ ਮੁੱਦਾ ਹੈ ਤੇ ਉਹ ਇਹਨਾਂ ਤੱਕ ਖਬਰ ਨਹੀਂ ਪਹੁੰਚੀ, ਅਸੀਂ ਇਹ ਗੱਲ ਮੰਨ ਹੀ ਨਹੀਂ ਸਕਦੇ। ਤੇ ਜੇ ਮੇਰਾ ਸਵਾਲ ਇਹ ਹੈ ਕਿਉਂਕਿ ਇਸ ਸਮੇਂ ਪੂਰਾ ਮੁੱਦਾ ਕਿੱਥੇ ਆ ਕੇ ਟਿਕਿਆ ਹੋਇਆ ਹੈ? ਪੂਰਾ ਇਸ਼ੂ ਟਿਕਿਆ ਹੋਇਆ ਕਿ ਰਾਜਪਾਲ ਸਾਹਿਬ ਕਹਿ ਰਹੇ ਨੇ ਕਿ ਇਨਫੋਰਮੇਸ਼ਨ ਗਈ ਹੈ, ਵੱਡੇ ਅਧਿਕਾਰੀਆਂ ਤੱਕ ਪਹੁੰਚੀ ਹੈ ਤੇ ਉਹ ਅੱਗੇ ਨਹੀਂ ਪਹੁੰਚੀ। ਉਹ ਤੁਸੀਂ ਦੇਖੋ, ਦੂਜੇ ਪਾਸੇ ਸਰਕਾਰ ਦੇ ਨੁਮਾਇੰਦਿਆਂ ਦਾ ਤਰਕ ਹੈ ਕਿ ਪ੍ਰੋਸੈਸ ਹੁੰਦਾ ਹੈ। ਤੁਸੀਂ ਇਹ ਨਹੀਂ ਕਿ ਫੋਨ ਚੱਕ ਕੇ ਬੋਲੋ ਕਿ ਠੀਕ ਹੈ ਜੀ ਅਸੀਂ SSP ਬਦਲ ਰਹੇ ਹਾਂ। ਇਹ ਕੋਈ ਪ੍ਰੋਸੈਸ ਨਹੀਂ ਹੈ ਕਿ ਇੱਕ ਅਫਸਰ ਦੂਜੇ ਅਫਸਰ ਨੂੰ ਦੱਸ ਦਿੱਤਾ ਜਾਂਦਾ ਹੈ ਜਾਂ ਫਿਰ ਕੋਈ ਹੋਰ ਅਧਿਕਾਰੀ ਨੂੰ ਦੱਸ ਦਿੱਤਾ ਜਾਂਦਾ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਪ੍ਰੋਸੈਸ ਦੇ ਵਿੱਚ ਹੀ ਪ੍ਰੋਬਲਮ ਹੈ ਕਿ ਇਹ ਪ੍ਰੋਸੈਸ ਸਹੀ ਨਹੀਂ ਅਪਣਾਇਆ ਗਿਆ ਜਾਂ ਤੁਹਾਨੂੰ ਲੱਗਦਾ ਹੈ ਕਿ ਪ੍ਰੋਸੈਸ ਠੀਕ ਸੀ? ਅਸਲ ਦੇ ਵਿੱਚ ਦੇਖੋ ਉਹ ਜੋ ਕਹਿਣਾ ਹੈ ਗਵਰਨਰ ਸਾਹਿਬ ਦਾ ਕਿ ਉਹਨਾਂ ਦੀਆਂ ਕੰਪਲੇਂਟਸ ਲਗਾਤਾਰ ਕੁਲਦੀਪ ਸਿੰਘ ਚਹਿਲ ਦੀਆਂ ਆ ਰਹੀਆਂ ਸੀਗੀਆਂ ਤੇ ਉਹ ਕੰਪਲੇਂਟਸ ਦੇ ਉੱਤੇ ਕਾਰਵਾਈ ਕਰਨੀ ਬਣਦੀ ਸੀ। ਮੈਨੂੰ ਜੋ ਮੈਂ ਅਸਿਊਮ ਕਰ ਰਿਹਾ ਔਰ ਤੁਸੀਂ ਵੀ ਸ਼ਾਇਦ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਜਾਣ ਬੁੱਝ ਕੇ ਮਾਮਲੇ ਨੂੰ ਇਹਨਾਂ ਨੂੰ ਲਿੰਗਰ ਔਨ ਕੀਤਾ ਗਿਆ, ਜਾਣ ਬੁੱਝ ਕੇ ਇਗਨੋਰ ਕੀਤਾ ਗਿਆ ਤਾਂ ਕਿ ਬਾਅਦ ਦੇ ਵਿੱਚ ਪੋਲੀਟੀਕਲ ਮਾਈਲੇਜ ਲੈਣ ਦੇ ਇਰਾਦੇ ਨਾਲ ਸਿਆਸੀ ਬਿਆਨਬਾਜ਼ੀ ਕੀਤੀ ਜਾਵੇ ਔਰ ਇਸ ਗੱਲ ਦੇ ਕੋਈ ਕਿਸੇ ਤਰੀਕੇ ਨਾਲ ਰੁਖ ਪਲਟਿਆ ਜਾਵੇ। ਤੇ ਜੋ ਮੁੱਖ ਮੰਤਰੀ ਸਾਹਿਬ ਦੀ ਚਿੱਠੀ ਜੋ ਉਹਨਾਂ ਨੇ ਗਵਰਨਰ ਸਾਹਿਬ ਨੂੰ ਲਿਖੀ ਹੈ ਉਹਦੀ ਜੋ ਭਾਸ਼ਾ ਹੈ ਉਸ ਦੇ ਉੱਤੇ ਬਿਲਕੁਲ ਇਹ ਸਮਝ ਆਉਂਦੀ ਹੈ ਕਿ ਕਿਸੇ ਤਰੀਕੇ ਨਾਲ ਮਾਮਲੇ ਦਾ ਸਿਆਸੀਕਰਨ ਕਰਨ ਲਈ ਇਸ ਮਾਮਲੇ ਨੂੰ ਜਾਣ ਬੁੱਝ ਕੇ ਸਿਆਸੀਕਰਨ ਕੌਣ ਕਰ ਰਿਹਾ? ਰਾਜਪਾਲ ਜਾਂ ਤੁਹਾਨੂੰ ਲੱਗਦਾ ਕਿ CM? ਨਹੀਂ, ਇਹ CM ਕਰ ਰਿਹਾ। ਪਾਰਟੀ ਕਹਿੰਦੀ ਹੈ ਕਿ ਉਸ ਦੇ ਵਿੱਚ ਮੈਂਸ਼ਨ ਕਰ ਦਿੱਤਾ ਗਿਆ ਕਿ ਤੁਸੀਂ ਗੁਜਰਾਤ ਤੇ ਹਿਮਾਚਲ ਦੇ ਇਲੈਕਸ਼ਨ ਦੇ ਵਿੱਚ ਮਸ਼ਰੂਫ ਹੋ, ਇਸ ਕਰਕੇ ਗੱਲ ਨਹੀਂ ਹੋਈ। ਤਾਂ ਇਸ ਦਾ ਮਤਲਬ ਰਾਜਪਾਲ ਪੋਲਿਟਿਸਾਈਜ਼ ਕਰ ਰਹੇ ਨਹੀਂ, ਪਰ ਉਹਦੇ ਵਿੱਚ ਇਹ ਵੀ ਤਾਂ ਮੈਂਸ਼ਨ ਕੀਤਾ ਹੈ ਕਿ ਚੀਫ ਸੈਕਟਰੀ ਤੱਕ ਗੱਲ ਪਹੁੰਚੀ ਹੈ। ਉਹਦੇ ਵਿੱਚ ਇਹ ਵੀ ਤਾਂ ਮੈਂਸ਼ਨ ਕੀਤਾ ਕਿ DGP ਨੇ ਵੀ ਮੁੱਖ ਮੰਤਰੀ ਦਫ਼ਤਰ ਨਾਲ ਸੰਪਰਕ ਕੀਤਾ ਔਰ ਜਿਹੜੇ ਕੁਲਦੀਪ ਸਿੰਘ ਚਾਹਲ ਦੇ ਨਾਲ ਖੁਦ ਗਵਰਨਰ ਸਾਹਿਬ ਨੇ ਗੱਲ ਕੀਤੀ। ਤਾਂ ਕੀ ਇਹ ਸਾਰੀਆਂ ਗੱਲਾਂ ਮੁੱਖ ਮੰਤਰੀ ਤੱਕ ਨਹੀਂ ਪਹੁੰਚੀਆਂ? ਇਹ ਤਾਂ ਅਸੀਂ ਮੰਨ ਹੀ ਨਹੀਂ ਸਕਦੇ। ਠੀਕ ਹੈ, ਮਤਲਬ CM ਤੱਕ ਤੁਸੀਂ ਕਹਿ ਰਹੇ ਹੋ ਕਿ ਪਹੁੰਚੀ। ਭਾਰਤੀ ਜਨਤਾ ਪਾਰਟੀ ਬਿਲਕੁਲ ਇਹਦੇ 'ਚ ਹਮਲਾਵਰ ਹੈ ਔਰ ਜੋ ਨਹੀਂ ਹੋਣਾ ਚਾਹੀਦਾ ਉਹ ਕਰ ਰਹੀ ਹੈ, ਲੇਕਿਨ ਇਸ ਦੇ ਮਾਮਲੇ ਦੇ ਵਿੱਚ ਆਪਣੇ ਆਪ ਨੂੰ ਬਰੀ ਮੁੱਖ ਮੰਤਰੀ ਸਾਹਿਬ ਵੀ ਨਹੀਂ ਕਰ ਸਕਦੇ। ਠੀਕ ਹੈ ਲੱਦਰ ਸਾਹਿਬ, ਥੋੜਾ ਜਿਹਾ ਇੰਤਜ਼ਾਰ ਕਰਿਓ ਸਰ, ਸਾਰਿਆਂ ਨੂੰ ਇੱਕ ਵਾਰੀ ਮੈਂ ਐਡ ਕਰ ਲਵਾਂ। ਕਲੇਰ ਸਾਹਿਬ, ਮੇਰਾ ਸਵਾਲ ਇਹੀ ਹੈ ਕਿ ਪ੍ਰੋਸੈਸ ਗਲਤ ਨਜ਼ਰ ਆਉਂਦਾ ਹੈ ਜਾਂ ਫਿਰ ਤੁਹਾਨੂੰ ਲੱਗਦਾ ਕਿ ਪ੍ਰੋਸੈਸ ਤਾਂ ਸਹੀ ਸੀ ਬਸ ਤਾਲਮੇਲ ਸਰਕਾਰ ਤੇ ਅਫਸਰਾਂ ਦੇ ਵਿਚਾਲੇ ਹੈ ਹੀ ਨਹੀਂ? ਗੌਰਵ ਜੀ, ਆਮ ਆਦਮੀ ਪਾਰਟੀ ਨਾ ਇੱਕ ਡਾਇਲੌਗ ਬੜਾ ਲਗਾਤਾਰ ਬੋਲਦੀ ਸੀ ਕਿ ਜੀ ਅਣਖ ਤੇ ਗੈਰਤ ਦੀ ਕੀਮਤ ਤਾਰ ਰਹੇ ਆ, ਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ। ਅੱਜ ਜੋ ਗਵਰਨਰ ਸਾਹਿਬ ਨੇ ਮੁੱਖ ਮੰਤਰੀ ਨੂੰ ਚਿੱਠੀ ਦੇ ਵਿੱਚ ਲਿਖਤਾ, ਹੁਣ ਮੁੱਖ ਮੰਤਰੀ ਨੀਵੀਂ ਪਾ ਕੇ ਨਾ ਬੈਠਣ, ਇਸ ਗੱਲ ਦਾ ਜਵਾਬ ਦੇਣ। ਔਰ ਗਵਰਨਰ ਸਾਹਿਬ ਦੀ ਚਿੱਠੀ ਤੋਂ ਜਿਹੜੀ ਗੱਲ ਸਪਸ਼ਟ ਤੌਰ ਤੇ ਸਾਹਮਣੇ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਕੋਈ SSP ਦਾ ਮਿਸਕੰਡਕਟ ਸੀਗਾ ਤੇ ਉਹਨੂੰ ਕਿਤੇ ਨਾ ਕਿਤੇ SSP ਦੀ ਮੈਨੂੰ ਲੱਗਦਾ ਵੀ ਮਦਦ ਕੀਤੀ ਗਈ ਜਾਂ ਉਹਨੂੰ ਕਿਤੇ ਰਿਟਨ 'ਚ ਨਹੀਂ ਲਿਆਂਦਾ ਗਿਆ ਕਿ ਇਹਦਾ ਕੀ ਮਿਸਕੰਡਕਟ ਸੀਗਾ। ਸੋ ਵਰਬਲੀ ਕਨਵੇ ਕੀਤਾ ਗਿਆ ਕਿ ਤੁਸੀਂ ਪੈਨਲ ਦੇ ਦਿਓ ਤਾਂ ਕਿ ਇਹਨਾਂ ਦਾ ਸਰਵਿਸ ਰਿਕਾਰਡ ਤੇ ਕੋਈ ਤੱਪਾ ਨਾ ਲੱਗ ਜੇ। ਨੰਬਰ 1 ਇਹ ਚੀਜ਼ ਅਸਿਊਮ ਹੋ ਰਹੀ ਹੈ। ਨੰਬਰ 2 ਦੇ ਉੱਤੇ ਮੈਂ ਅੱਜ ਸੰਘੇੜਾ ਸਾਹਿਬ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਜੋ ਇਸ ਇਸ਼ੂ ਨੂੰ TRP ਦੇ ਤਹਿਤ ਵਧਾਇਆ ਗਿਆ ਕਿ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਨਾਲ ਧੱਕਾ ਹੋ ਰਿਹਾ, UT ਦਾ SSP ਬਦਲਤਾ, ਪੰਜਾਬ ਤੋਂ ਬਿਨਾਂ ਪੁੱਛੇ ਬਦਲਤਾ, ਤਾਂ ਸੰਘੇੜਾ ਸਾਹਿਬ ਇਸ ਗੱਲ ਦਾ ਜਵਾਬ ਦੇ ਦੇਣ ਕਿ ਇਹਦੇ ਨਾਲੋਂ ਤਾਂ ਵੱਡੇ ਇਸ਼ੂ ਕਰਤੇ। ਇਹਦੇ ਨਾਲ ਤਾਂ UT ਦੇ ਵਿੱਚ 60% ਪੰਜਾਬ ਦੀ ਨੁਮਾਇੰਦਗੀ ਅੱਜ ਘਟ ਕੇ 3% ਹੋਈ ਪਈ ਹੈ। CTU, ਸਿਟਕੋ, BBMB, ਪੰਜਾਬ ਯੂਨੀਵਰਸਿਟੀ, ਤੁਹਾਡਾ ਜਿਹੜਾ ਉਰੇ ਦਾ EMPLOYEES ਕੈਡਰ ਹੈ ਉਹਦੇ ਤੇ ਕਿਉਂ ਨਹੀਂ ਬੋਲਦੇ? ਜਦੋਂ ਪੰਜਾਬ ਦੇ ਵਿੱਚ ਵੱਖਰੀ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਦੇਣ ਦੀ ਗੱਲ ਹੁੰਦੀ ਹੈ ਉਦੋਂ ਕੁਲਤਾਰ ਸੰਧਵਾ ਕਹਿ ਦਿੰਦੇ ਨੇ ਕਿ ਜੀ ਬਰਾਬਰ ਦਾ ਹੱਕ ਹੈ। ਮੁੱਖ ਮੰਤਰੀ ਭਗਵੰਤ ਮਾਨ ਤਾਂ ਬਰਾਬਰ ਦੀ ਜ਼ਮੀਨ ਮੰਗ ਲੈਂਦੇ ਨੇ। ਇਹ ਵੱਡੇ ਇਸ਼ੂ ਨੇ।
ਸੋ ਇਹ ਜਿਹੜੇ ਇਸ਼ੂ ਦੇ ਉੱਤੇ ਰਾਜਨੀਤੀ ਕੀਤੀ ਗਈ ਹੈ। ਹੁਣ ਇੱਕ ਗੱਲ ਗੌਰਵ ਜੀ ਬੜੀ ਸਪਸ਼ਟ ਹੈ ਕਿ ਗਵਰਨਰ ਦਾ ਇੱਕ ਲੈਟਰ ਹੈ ਜਿਹਦੇ ਚ ਚੀਫ ਸੈਕਟਰੀ ਦੇ ਬਾਰੇ ਸਪਸ਼ਟ ਤੌਰ ਤੇ ਲਿਖਿਆ ਗਿਆ ਕਿ ਚੀਫ ਸੈਕਟਰੀ ਮਿਲ ਕੇ ਵੀ ਆਏ ਨੇ, ਚੀਫ ਸੈਕਟਰੀ ਨੂੰ ਕਨਵੇ ਵੀ ਹੋਇਆ। ਸੋ ਮੁੱਖ ਮੰਤਰੀ ਪਹਿਲਾਂ ਤਾਂ ਚੀਫ ਸੈਕਟਰੀ ਦੇ ਉੱਤੇ ਸਥਿਤੀ ਕਲੀਅਰ ਕਰਨ ਕਿ ਕੀ ਮੁੱਖ ਮੰਤਰੀ ਅਨਅਵੇਅਰ ਨੇ, ਕੀ ਪੰਜਾਬ ਦੀ ਬਿਊਰੋਕ੍ਰੇਸੀ ਮੁੱਖ ਮੰਤਰੀ ਨੂੰ ਫੀਡਬੈਕ ਪ੍ਰੋਪਰ ਨਹੀਂ ਦੇ ਰਹੀ, ਜਾਂ ਕੀ ਮੁੱਖ ਮੰਤਰੀ ਇੰਨੇ ਅਣਜਾਣ ਨੇ ਜਾਂ ਲਾਪਰਵਾਹ ਨੇ। ਅਗਰ ਇਹ ਸਾਰਾ ਕੁਝ ਨਹੀਂ ਹੈਗਾ ਫਿਰ ਸਿਵਾਏ ਸਿਆਸਤ ਤੋਂ ਮੁੱਖ ਮੰਤਰੀ ਨੇ ਇਹਦੇ 'ਚ ਕੁਝ ਨਹੀਂ ਕੀਤਾ, ਕਿਉਂਕਿ ਜਿਹੜੇ ਮੁੱਖ ਮੰਤਰੀ ਨੂੰ, ਮੈਂ ਕਾਂਗਰਸ ਦੀ ਗੱਲ ਨਾਲ ਸਹਿਮਤ ਹਾਂ ਕਿ ਜਿਹੜੇ ਮੁੱਖ ਮੰਤਰੀ ਗੋਲਡੀ ਬਰਾੜ ਦੀ ਡਿਟੈਂਸ਼ਨ ਨੂੰ ਲੈ ਕੇ ਝੂਠੇ ਬਿਆਨ ਦੇ ਸਕਦੇ ਨੇ, ਉਹਨਾਂ ਨੂੰ ਇਹ ਨਾ ਪਤਾ ਹੋਵੇ ਕਿ ਮੇਰੇ ਚੀਫ ਸੈਕਟਰੀ ਨੂੰ, ਦੇਖੋ ਸੀਐਮ ਤੋਂ ਬਾਅਦ ਜਾਂ ਮਿਨਿਸਟਰਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਅਫਸਰ ਹੁੰਦਾ ਚੀਫ ਸੈਕਟਰੀ। ਬਿਲਕੁਲ। ਅਗਰ ਚੀਫ ਸੈਕਟਰੀ ਗਵਰਨਰ ਨੇ ਕਾਲ ਕਰ ਲਿਆ ਤੇ ਉਹਨੇ ਮੁੱਖ ਮੰਤਰੀ ਨੂੰ ਆ ਕੇ ਅਪਰਾਈਜ਼ ਹੀ ਨਹੀਂ ਕੀਤਾ ਕਿ ਮੈਨੂੰ ਕਿਸ ਇਸ਼ੂ ਤੇ ਬੁਲਾਇਆ ਗਿਆ, ਉਸ ਤੋਂ ਬਾਅਦ ਮੁੱਖ ਮੰਤਰੀ ਇੱਕ ਚਿੱਠੀ ਲਿਖਦੇ ਨੇ, ਤਾਂ ਇਹ ਪੰਜਾਬ ਜਿਹੜੀ ਇੱਕ ਬਾਰਡਰ ਸਟੇਟ ਹੈ ਉਹਦੇ ਲਈ ਬਹੁਤ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ। ਗੌਰਵ ਜੀ ਇਹ ਕੋਈ ਛੋਟੀ ਗੱਲ ਨਹੀਂ। ਤੁਹਾਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਦੇ ਵਿੱਚ ਕੁਝ ਨਹੀਂ ਹੁੰਦਾ, ਨਹੀਂ ਹੁੰਦਾ ਜਾਂ ਨਹੀਂ ਹੋਣਾ ਚਾਹੀਦਾ? ਗੌਰਵ ਜੀ ਜੋ ਗਵਰਨਰ ਸਾਹਿਬ ਦੀ ਚਿੱਠੀ ਕਹਿ ਰਹੀ ਹੈ, ਹੁਣ ਮੁੱਖ ਮੰਤਰੀ ਸਵੇਰੇ ਆਉਣ ਉਹਦਾ ਖੰਡਨ ਕਰਨ, ਉਹਦੇ ਮੁਤਾਬਕ ਇਹ ਜਿਹੜੀ ਬਦਲੀ ਹੈ ਮਿਸਕੰਡਕਟ ਦੇ ਉੱਤੇ ਹੈ। ਮਿਸਕੰਡਕਟ ਨੂੰ ਰਿਕਾਰਡ ਤੇ ਨਹੀਂ ਲਿਆਉਣਾ ਚਾਹੁੰਦੇ ਸੀਗੇ, ਉਸ ਕਰਕੇ ਚੀਫ ਸੈਕਟਰੀ ਨੂੰ ਕਨਵੇ ਹੋ ਰਿਹਾ ਸੀ ਕਿ ਸਾਨੂੰ ਪੈਨਲ ਭੇਜ ਦਿਓ। ਸੋ ਮੁੱਖ ਮੰਤਰੀ ਇਸ ਗੱਲ ਲਈ ਜਵਾਬ ਦੇ ਨੇ ਕਿ ਕੀ ਚੀਫ ਸੈਕਟਰੀ ਗਏ, ਕੀ ਚੀਫ ਸੈਕਟਰੀ ਨੂੰ ਕਨਵੇ ਹੋਇਆ ਜਾਂ ਨਹੀਂ ਹੋਇਆ। ਅਗਰ ਚੀਫ ਸੈਕਟਰੀ ਨੂੰ ਨਹੀਂ ਕਨਵੇ ਹੋਇਆ ਤਾਂ ਗਵਰਨਰ ਸਾਹਿਬ ਦੀ ਚਿੱਠੀ ਦਾ ਖੰਡਨ ਕਰਨ, ਅਗਰ ਕਨਵੇ ਹੋਇਆ ਤੇ ਮੁੱਖ ਮੰਤਰੀ ਨੂੰ ਚੀਫ ਸੈਕਟਰੀ ਨੇ ਪ੍ਰਾਈਜ਼ ਨਹੀਂ ਕੀਤਾ ਤਾਂ ਇਹ ਪੰਜਾਬ ਦੇ ਲਈ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਜੇ ਵਰਬਲੀ ਗੱਲ ਹੋਈ ਹੈ ਤਾਂ ਫਿਰ ਉਸ ਤੋਂ ਅੱਗੇ ਵਧਣਾ ਹੋਏਗਾ ਕਿ ਨਹੀਂ? ਕਲੇਰ ਸਾਹਿਬ, ਮੈਂ ਕਹਿ ਰਿਹਾ ਕਿ ਜੇ ਜ਼ੁਬਾਨੀ ਗੱਲ ਹੋਈ ਹੈ ਤਾਂ ਉਹ ਵੀ ਬਿਲਕੁਲ ਕਲੀਅਰ ਹੈ ਕਿ ਕੋਈ ਗੱਲ ਨਹੀਂ, ਜ਼ੁਬਾਨੀ ਹੋਈ ਹੈ ਤਾਂ ਵੀ ਜਿਹੜਾ ਐਸਐਸਪੀ ਉਹ ਬਦਲਿਆ ਜਾ ਸਕਦਾ ਸੀ। ਗੌਰਵ ਜੀ ਇੱਕ ਸਥਿਤੀ ਨੂੰ ਸਮਝੋ, ਨਹੀਂ ਪ੍ਰੋਸੈਸ ਤਾਂ ਹੋਏਗਾ ਸਰ, ਮੈਂ ਸਥਿਤੀ ਨੂੰ ਸਮਝਣਾ। ਪ੍ਰੋਸੈਸ ਤਾਂ ਫੋਲੋ ਕਰਨਾ ਹੋਏਗਾ। ਇੱਕ ਚੀਜ਼ ਮੈਂ ਸਮਝਾਉਣੀ ਚਾਹੁੰਦਾ ਜੀ, ਪੰਜਾਬ ਅੱਜ ਉਹ ਸਟੇਟ ਬਣ ਗਈ ਹੈ ਜਿਹੜਾ ਦਿੱਲੀ ਨਾਲ ਐਮਓਯੂ ਹੋਇਆ। ਇਹ ਗਵਰਨਰ ਨਾਲ ਲੜਾਈ ਦਿੱਲੀ ਤੋਂ ਇਹ ਲੈ ਕੇ ਆਏ ਨੇ, ਉਹੀ ਮਾਡਲ ਚੱਕ ਕੇ ਲਿਆਏ ਨੇ। ਨਹੀਂ ਕੀ ਉਰੇ ਜਦੋਂ ਅਕਾਲੀ ਦਲ ਦੀ ਸਰਕਾਰ ਰਹੀ ਹੈ, ਕਾਂਗਰਸ ਦੇ ਸ਼ਿਵਰਾਜ ਪਾਟਿਲ ਜਿਹੜੇ ਐਕਟਿਵ ਪੋਲਿਟਿਕਸ ਵਾਲੇ ਬੰਦੇ ਉਹ ਗਵਰਨਰ ਰਹੇ ਨੇ, ਕਦੇ ਕੋਈ ਕਿਸੇ ਦਾ ਡਿਸਪਿਊਟ ਪਿਆ? ਉਰੇ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਹੈ, ਉੱਪਰ ਬੀਜੇਪੀ ਦੇ ਗਵਰਨਰ ਰਹੇ, ਕੋਈ ਡਿਸਪਿਊਟ ਪਿਆ? ਸੋ ਸਾਡਾ ਕਹਿਣ ਦਾ ਮਕਸਦ ਇਹ ਹੈ ਕਿ ਅਗਰ ਕੋਈ ਚੀਫ ਸੈਕਟਰੀ ਨੂੰ ਚੀਜ਼ ਕਨਵੇ ਹੋਈ ਹੈ ਤਾਂ ਮੁੱਖ ਮੰਤਰੀ ਨੇ ਉਹ ਲੋਕਾਂ ਨੂੰ ਕਿਉਂ ਨਹੀਂ ਦੱਸੀ? ਮੁੱਖ ਮੰਤਰੀ ਨੇ ਕਿਉਂ ਛੁਪਾਈ? ਹੁਣ ਅੱਜ ਤੁਸੀਂ ਕਹਿ ਰਹੇ ਹੋ ਕਿ ਜੀ ਰਿਟਨ ਨਹੀਂ ਆਇਆ, ਠੀਕ ਹੈ, ਮੰਨਦੇ ਆ ਰਿਟਨ ਆਉਣਾ ਚਾਹੀਦਾ, ਮੰਨਦੇ ਆ ਕਿ ਪੈਨਲ ਮਿਲਣਾ ਚਾਹੀਦਾ ਸੀ, ਪਰ ਮੁੱਖ ਮੰਤਰੀ ਕੀ ਐਡੀ ਵੱਡੀ ਇਨਫੋਰਮੇਸ਼ਨ ਲੋਕਾਂ ਤੋਂ ਛੁਪਾ ਸਕਦੇ ਨੇ? ਔਰ ਜਿਹੜਾ ਇੱਕ ਚਾਰਜ ਹੈ, ਮੈਂ ਫੇਰ ਦੁਬਾਰਾ ਕਹਿਣਾ, ਮੈਂ ਪੰਜਾਬ ਦੇ ਹੱਕਾਂ ਦਾ ਸ਼੍ਰੋਮਣੀ ਅਕਾਲੀ ਦਲ ਮਦਈ ਹੈ, ਪਰ ਇੱਕ ਅਫਸਰ ਨੂੰ ਹਟਾ ਕੇ ਅਗਰ ਕਿਸੇ ਨੂੰ ਟੈਂਪਰੇਰੀ ਚਾਰਜ ਦਿੱਤਾ ਗਿਆ ਹੈ, ਉਹਨੂੰ ਪੰਜਾਬ ਹਰਿਆਣਾ ਦੀ ਟੀਆਰਪੀ ਜਿਹੜੀ ਮੁੱਖ ਮੰਤਰੀ ਕੈਚ ਕਰਨਾ ਚਾਹੁੰਦੇ ਨੇ, ਆਪਣੀ ਨਾਕਾਮੀਆਂ ਦੇ ਉੱਤੇ ਪਰਦਾ ਪਾਉਣਾ ਚਾਹੁੰਦੇ ਨੇ। ਤੁਹਾਨੂੰ ਲੱਗਦਾ ਕਿ ਜੇ ਆਰਜੀ ਐਡੀਸ਼ਨਲ ਲਿਖ ਦਿੱਤਾ ਗਿਆ ਤਾਂ ਫਿਰ ਜ਼ਿਆਦਾ ਚਿੰਤਾ ਵਾਲੀ ਗੱਲ ਨਹੀਂ ਸੀ? ਤੁਸੀਂ ਗੌਰਵ ਜੀ ਇਹ ਕੀ ਕਰਦੇ ਨੇ ਕਿ ਜਲੰਧਰ ਘਰ ਢਾਤੇ, ਵੱਡਾ ਪੰਜਾਬ ਦੇ ਵਿੱਚ ਜਦੋਂ ਦੇਖਦੇ ਨੇ ਕਿ ਕੋਈ ਵੱਡਾ ਕੰਮ ਹੋ ਗਿਆ, ਉਹਨੂੰ ਛੁਪਾਉਣ ਦੇ ਲਈ ਜਿਹੜੇ ਟੀਆਰਪੀ ਕਾਰਡ ਕੱਢ ਕੇ ਲਿਆਉਂਦੇ ਨੇ, ਇਹ ਉਹਦੇ ਨਤੀਜੇ ਨੇ। ਪਰ ਇੰਨਾ ਮਿਸ ਇਨਫਾਰਮਡ ਸੀਐਮ ਪੰਜਾਬ ਨੇ ਕਦੇ ਨਹੀਂ ਦੇਖਿਆ। ਠੀਕ ਹੈ।